ਬੜੀਆਂ ਸਹੂਲਤਾਂ ਨੇ ਸਾਡੇ ਕੋਲ ਅੱਜ। ਮੈਂ ਕਹਿੰਦਾ ਹਾਂ ਅਸੀਂ ਕੱਲ੍ਹ ਨੂੰ ਅੱਗੇ ਚਲੇ ਜਾਵਾਂਗੇ ਨਾ, ਵੀ ਹੋ ਸਕਦਾ ਕੱਲ੍ਹ ਨੂੰ ਅਸੀਂ ਇੰਨੀ ਟੈਕਨੋਲੋਜੀ ਦੇ ਵਿੱਚ ਆ ਜਾਈਏ ਵੀ ਸਾਡੇ ਬੰਦਿਆਂ ਨੂੰ ਤੇ ਰੋਟੀ ਵਰਤਾਉਣ ਦੀ ਲੋੜ ਹੀ ਨਾ ਪਵੇ ਜੀ, ਰੋਬੋਟ ਹੀ ਲੰਗਰ ਵਰਤਾ ਦੇਣਗੇ। ਇਹ ਤਕਨੀਕਾਂ ਚੱਲ ਪੈਣੀਆਂ ਨੇ। ਸਾਨੂੰ ਜੀ ਬਰਤਨ ਧੋਣ ਦੀ ਲੋੜ ਨਾ ਪਵੇ। ਅਗਾਂਹ ਤਾਂ ਚੱਲੀ ਜਾਂਦਾ ਨਾ ਹੌਲੀ ਹੌਲੀ, ਕਈਆਂ ਥਾਵਾਂ ਦੇ ਉੱਤੇ ਤਾਂ ਸ਼ਾਇਦ ਹੋ ਵੀ ਗਿਆ ਹੋਵੇਗਾ ਵੀ ਹੱਥੀਂ ਬਰਤਨ ਨਹੀਂ ਧੋਣੇ, ਮਸ਼ੀਨਾਂ ਬਰਤਨ ਧੋ ਦੇਣਗੀਆਂ। ਧਵਾਈ ਜਾਓ। ਤੇ ਫਿਰ ਇਹਦੇ ਨਾਲ ਕੀ ਹੋਵੇਗਾ? ਸਾਡੀ ਤਾਂ ਜ਼ਿੰਦਗੀ ਦੇ ਵਿੱਚੋਂ ਟੇਸਟ ਖਤਮ ਹੋ ਗਿਆ ਨਾ। ਸਾਨੂੰ ਤਾਂ ਨਹੀਂ ਨਾ ਪਤਾ ਵੀ ਸੇਵਾ ਕਰਨੀ ਕੀ ਚੀਜ਼ ਹੁੰਦੀ ਹੈ। ਸਾਡੇ ਵਿੱਚੋਂ ਤਾਂ ਉਹ ਚੀਜ਼ ਖਤਮ ਹੋ ਗਈ। ਤੁਹਾਡੇ ਵਹਿੰਦਿਆਂ ਹੈ, ਵੇਖੋ ਜਦੋਂ ਲੰਗਰ ਵਰਤਦਾ ਹੈ, ਵੱਡਿਆਂ ਵੱਲ ਵੇਖ ਕੇ ਬੱਚੇ ਵੀ ਬਾਲਟੀ ਫੜ ਲੈਂਦੇ ਨੇ। ਤੇ ਜਦੋਂ ਇਹ ਸਾਰਾ ਕੰਮ ਹੱਥੋਂ ਖਤਮ ਹੋ ਜਾਂਦਾ ਹੈ, ਫਿਰ ਪਿੱਛੇ ਕੀ ਰਹਿ ਜਾਂਦਾ ਹੈ? ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ, ਗੁਰਮਤ ਨੇ ਇਹ ਜਿਹੜੀਆਂ ਦੋ ਅਸੀਂ ਸਾਖੀਆਂ ਪੜ੍ਹੀਆਂ, ਸਿਰਫ ਇਸ ਕਰਕੇ ਵੀ ਹੱਥ ਦੀ ਸੇਵਾ ਕਿੰਨੀ ਜ਼ਰੂਰੀ ਹੈ। ਹੱਥਾਂ ਦੀ ਸੇਵਾ ਸਫਾਈ ਵਾਲੇ ਪਾਸੇ ਤੋਂ, ਲੰਗਰ ਵਾਲੇ ਪਾਸੇ ਤੋਂ। ਪਰ ਦੂਜੇ ਪਾਸੇ ਸਿਰਫ ਇੱਦਾਂ ਹੀ ਨਹੀਂ। ਭਾਈ ਕਾਨ੍ਹ ਸਿੰਘ ਨਾਭਾ ਹੁਣਾਂ ਨੇ ਇੱਕ ਗੱਲ ਬੋਲੀ ਹੈ, ਕਹਿੰਦੇ ਵੀ ਸਿੱਖ ਦੇ ਹੱਥ ਇੱਦਾਂ ਦੇ ਹੋਣੇ ਚਾਹੀਦੇ ਨੇ, ਕਿਉਂਕਿ ਸਿੱਧੀ ਜੀ ਗੱਲ ਜੇ ਇਹ ਕਦੀ ਵਿਹਲੇ ਨਹੀਂ ਜੇ ਰਹਿ ਸਕਦੇ। ਜੇ ਇਹਨਾਂ 'ਚ ਸਹੀ ਚੀਜ਼ਾਂ ਨਹੀਂ ਨਾ ਹੋਣਗੀਆਂ ਤਾਂ ਗਲਤ ਚੀਜ਼ਾਂ ਇੱਦਾਂ ਹੀ ਫੜ ਲੈਣਗੇ ਇਹ। ਜੇ ਇਹ ਹੱਥ ਸੇਵਾ ਵਾਲੇ ਪਾਸੇ ਨਹੀਂ ਲੱਗਣਗੇ, ਫਿਰ ਹੋਰ ਪਾਸੇ ਤੇ ਲੱਗਣਗੇ। ਅਲਟਰਨੇਟਿਵ ਚਾਹੀਦਾ ਹੈ ਹੱਥਾਂ ਨੂੰ। ਹੱਥ ਸੇਵਾ ਨਹੀਂ ਕਰਨਗੇ ਤਾਂ ਤੁਸੀਂ ਇੱਥੇ ਵੇਖ ਲਓ, ਸੰਗਤ ਦੇ ਵਿੱਚ ਉਂਗਲਾਂ ਇੱਧਰ ਨੂੰ ਮਰੋੜੀਆਂ ਜਾਂਦੀਆਂ, ਉੱਧਰ ਨੂੰ ਮਰੋੜੀਆਂ ਜਾਂਦੀਆਂ। ਇਹ ਕਿਉਂ ਮਰੋੜਦੇ ਹਾਂ ਆਪਾਂ? ਕਿਉਂਕਿ ਹੱਥ ਵਿਹਲਾ ਰਹਿਣਾ ਪਸੰਦ ਨਹੀਂ ਕਰਦੇ। ਮੈਂ ਇਹ ਨਹੀਂ ਕਹਿੰਦਾ ਵੀ ਹੋਣਾ ਨਹੀਂ ਚਾਹੀਦਾ, ਕਿਉਂਕਿ ਜਦੋਂ ਤੱਕ ਸਾਡੇ ਹੱਥਾਂ ਨੂੰ ਇਹ ਪਤਾ ਹੀ ਨਹੀਂ ਵੀ ਸੇਵਾ ਕਰਨੀ ਕੀ ਹੈ। ਸਾਡੇ ਘਰ ਦੇ ਵਿੱਚ ਬੱਚੀ ਹੋਵੇ, ਬੱਚਾ ਹੋਵੇ, ਉਹਨੂੰ ਪਤਾ ਹੋਵੇ ਵੀ ਗੁਰਦੁਆਰੇ ਆ ਕੇ ਲੰਗਰ ਕਿੱਦਾਂ ਤਿਆਰ ਕੀਤਾ ਜਾਂਦਾ, ਉਹਨੂੰ ਹੱਥੀਂ ਸੇਵਾ ਦਾ ਪਤਾ ਹੋਵੇ। ਪਰ ਨਾਲ ਮੈਂ ਇਹ ਬੇਨਤੀ ਕਰ ਦੇਵਾਂ, ਸਿਰਫ ਇੰਨਾ ਹੀ ਨਹੀਂ, ਹੱਥ ਦੇ ਵਿੱਚ ਤਬਲਾ ਵਜਾਉਣ ਦੀ ਜਾਚ, ਹੱਥ ਦੇ ਵਿੱਚ ਹਾਰਮੋਨੀਅਮ ਵਜਾਉਣ ਦੀ ਜਾਚ, ਤੰਤੀ ਸਾਜ਼ ਵਜਾਉਣ ਦੀ ਜਾਚ, ਹੱਥ ਦੇ ਵਿੱਚ ਸ਼ਸਤਰ ਫੜਨ ਦੀ ਜਾਚ ਹੋਵੇਗੀ। ਆਹ ਥੱਲੇ ਬੱਚੇ ਗੱਤਕਾ ਖੇਡਦੇ ਪਏ ਨੇ। ਇਹੋ ਹੀ ਟਾਈਮ ਹੈ ਨਾ, ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਬੱਚੇ ਆਏ ਨੇ, ਉਹਨਾਂ ਦੇ ਵਿੱਚੋਂ ਹੋ ਸਕਦਾ ਬਹੁਤਿਆਂ ਦੀ ਪਹਿਲਾਂ ਸ਼ਿਕਾਇਤ ਇਹ ਵੀ ਹੋਵੇ ਵੀ ਫੋਨ ਨਹੀਂ ਛੱਡਦੇ। ਫੋਨ ਛਡਾਤਾ ਨਾ ਗੱਤਕੇ ਨੇ, ਬਸ ਇੰਨੀ ਕੁ ਖੇਡ ਹੁੰਦੀ ਹੈ। ਅਲਟਰਨੇਟਿਵ ਕੀ ਦੇ ਰਹੇ ਜੇ ਤੁਸੀਂ ਉਹਦੀ ਥਾਂ ਦੇ ਉੱਤੇ? ਹੱਥ ਝਾੜੂ ਨਹੀਂ ਫੜੇਗਾ ਤੇ ਹੱਥ ਫੋਨ ਫੜ ਲਵੇਗਾ, ਹੱਥ ਝਾੜੂ ਨਹੀਂ ਫੜੇਗਾ, ਪੋਚਾ ਨਹੀਂ ਫੜੇਗਾ ਤੇ ਹੱਥ ਫੋਨ ਫੜ ਲਵੇਗਾ। ਬਸ ਇੰਨੀ ਕੁ ਖੇਡ ਹੈ। ਅਲਟਰਨੇਟਿਵ ਕੱਢਿਆ ਨਾ। ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਨੇ ਵੀ ਉਹਨਾਂ ਨੇ ਕਵਿਤ ਦਾ ਹਵਾਲਾ ਦਿੱਤਾ, ਲੈ ਕੇ ਦੁਤਾਰਾ ਗਾਵੇ ਸੰਗਤ ਮੈਂ ਵਾਰ ਆਸਾ ਪਕੜ ਦੁਤਾਰਾ ਵਾਹੇ ਛਤਰ ਸਿਰ ਆ ਰਹਾ ਹੈ। ਉਹ ਕੀ ਕਰਨਾ ਉਹਨੇ ਵੀ ਇੱਦਾਂ ਰੱਖੇ ਵੀ ਸੰਗਤ ਦੇ ਵਿੱਚ ਦੁਤਾਰਾ ਫੜ ਕੇ, ਮਤਲਬ ਕੋਈ ਵੀ ਸਾਜ਼ ਹੋਵੇ ਅੱਜ ਦੇ ਹਿਸਾਬ ਦੇ ਨਾਲ, ਤੇ ਉਹਨੂੰ ਫੜ ਕੇ ਤੇ ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲਾ ਹੋਵੇ। ਤਬਲੇ ਵਾਲੇ ਪਾਸੇ ਸੁਭਾਵਿਕ ਜੀ ਗੱਲ ਹੈ, ਮੈਂ ਹੁਣੇ ਕਲਾਸ ਦੇ ਵਿੱਚੋਂ ਆਇਆ ਤਬਲੇ ਦੀ, ਤੇ ਤਬਲੇ ਦੀ ਜਿਹੜੀ ਕਲਾਸ ਦਾ ਸਿਸਟਮ ਇਹ ਹੁੰਦਾ ਵੀ ਤੁਹਾਨੂੰ ਲੈਸਨ ਤੇ 5 ਮਿੰਟ ਹੀ ਮਿਲਣਾ ਹੈ, ਪਰ ਰਿਆਜ਼ ਤੁਸੀਂ 1 ਘੰਟਾ ਕਰਨਾ ਘੱਟੋ ਘੱਟ। ਚਲੋ ਮਿਨੀਮਮ ਅਸੀਂ ਗੱਲ ਕਰ ਲਈਏ। ਹੁਣ ਇਸ ਨੂੰ ਸੋਚ ਕੇ ਵੇਖੋ ਵੀ ਜਿਹੜਾ ਬੱਚਾ 1 ਘੰਟਾ ਤਬਲੇ ਦੇ ਉੱਤੇ ਵਜਾ ਕੇ ਪ੍ਰੈਕਟਿਸ ਕਰਦਾ ਪਿਆ ਹੈ, ਉਹਦਾ 1 ਘੰਟਾ ਤੇ ਫੋਨ ਤੋਂ ਬਚਾ ਹੀ ਲਿਆ ਹੈ ਨਾ। ਪੜ੍ਹੇਗਾ ਤੇ ਓਨਾ ਹੀ, ਪੜ੍ਹਨਾ ਤੇ ਉਹਨੂੰ ਓਨਾ ਹੀ ਪੈਣਾ, ਕਿਉਂਕਿ ਸਕੂਲ ਦੇ ਵਿੱਚ ਕੰਪੀਟੀਸ਼ਨ ਚੱਲਦਾ ਪਿਆ, ਪਿੱਛੇ ਨਹੀਂ ਰਹਿ ਸਕਦਾ। ਅਸੀਂ ਕੀ ਅਲਟਰਨੇਟਿਵ ਦੇ ਰਹੇ ਹਾਂ ਇਹਨਾਂ ਹੱਥਾਂ ਨੂੰ ਸਿੱਧੇ ਪਾਸੇ ਲਾਉਣ ਦੇ ਲਈ? ਇਹ ਬੜੀ ਇੰਪੋਰਟੈਂਟ ਚੀਜ਼ ਹੈ। ਅੱਜ ਕੱਲ੍ਹ ਵੇਖ ਲਓ ਸਾਡੇ ਬੱਚੇ, ਮੈਨੂੰ ਮਾਫ਼ ਕਰਿਓ, ਫੋਨ 'ਤੇ ਗੇਮ ਖੇਡ ਕੇ ਚੈਂਪੀਅਨ ਬਣੀ ਜਾਂਦੇ ਨੇ। ਜਦੋਂ ਬਾਹਰ ਖੇਡਣਾ ਪੈਂਦਾ 4 ਵਾਰ ਪੌੜੀਆਂ ਚੜ੍ਹ ਕੇ ਤੇ ਫਿਰ ਸਾਹ ਫੁੱਲਣ ਲੱਗ ਪੈਂਦਾ। ਉਹ ਕਿਉਂ ਹੋ ਗਿਆ? ਕਾਰਨ ਸਿਰਫ ਇੰਨਾ ਹੈ ਵੀ ਹੱਥੀਂ ਕਿਰਤ ਕਰਨੀ ਬੰਦ ਹੋ ਗਈ। ਹੱਥ ਦੀ ਕਿੰਨੀ ਕੁ ਮਿਹਨਤ ਹੈ ਸਾਡੀ, ਜੇ ਅਸੀਂ ਆਪਣਾ ਹਿਸਾਬ ਲਗਾਈਏ ਇੱਥੇ। ਬਹੁਤੀ ਵਾਰ ਮੈਂ ਫਿਰ ਮਹਾਰਾਜ ਤੋਂ ਮਾफ़ੀ ਮੰਗ ਕੇ ਕਹਿੰਦਾ ਹਾਂ, ਬੜੇ ਚੰਗੇ ਨੇ, ਮੇਰੇ ਤੋਂ ਜ਼ਿਆਦਾ ਸੇਵਾ ਕਰਨ ਵਾਲੇ ਹੋ, ਅਤੇ ਮੇਰੇ ਤੋਂ ਜ਼ਿਆਦਾ ਲੋਕ ਸੇਵਾ ਕਰਦੇ ਨੇ, ਬੜੀ ਚੜ੍ਹਦੀ ਕਲਾ ਵਾਲੇ ਬੰਦੇ। ਪਰ ਗੁਰਮਤ ਦੇ ਵਿੱਚ ਇਹ ਗੱਲ ਹੈ ਭਾਈ, ਜਿਨ੍ਹਾਂ ਹੱਥਾਂ ਨੇ ਗੁਰਦੁਆਰੇ ਆ ਕੇ ਗੁਰੂ ਦੀ ਸੇਵਾ, ਬਾਅਦ ਦੇ ਵਿੱਚ ਸੰਗਤ ਦੀ ਸੇਵਾ ਨਹੀਂ ਕੀਤੀ ਹੈ, ਉਹ ਹੱਥ ਜਿਹੜੇ ਨੇ ਨਾ ਉਹ ਨਿਫਲ ਨੇ। ਮਿਥਿਆ ਹਸਤ ਪਰ ਦਰਬ ਕੋ ਹਿਰੈ, ਜਿਹੜੇ ਹੋਰਨਾਂ ਦੀ ਚੋਰੀ ਕਰਨ ਦੇ ਲਈ ਤਾਂ ਬੜੀ ਛੇਤੀ ਗਾਂਹ ਹੋ ਜਾਂਦੇ ਨੇ, ਪਰ ਇਹ ਹੱਥ ਸੇਵਾ ਨਹੀਂ ਕਰਦੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਹ ਹੱਥ ਹੁੰਦਿਆਂ ਹੋਇਆਂ ਵੀ ਸਮਝ ਲਓ ਵੀ ਇਹ ਹੱਥ ਨਹੀਂ ਨੇ। ਭਾਈ ਗੁਰਦਾਸ ਸਾਹਿਬ ਇੱਕ ਥਾਂ 'ਤੇ ਹੋਰ ਕਹਿੰਦੇ ਨੇ, ਗੁਰਮਤਿ ਕਾਰ ਵਿਹੂਣਿਆ ਹੁੰਦੀ ਕਰੀ ਲੁੰਜਾ ਦੁੱਖ ਰੋਈ। ਇੱਕ ਨਾ ਸ਼ਬਦ ਹੈ ਪੰਜਾਬੀ ਦਾ, ਉਹਨੂੰ ਲੁੰਜਾ ਕਿਹਾ ਜਾਂਦਾ ਹੈ। ਉਹ ਹੁੰਦਾ ਜਿਹਦੀਆਂ ਉਂਗਲਾਂ ਨਹੀਂ ਹੁੰਦੀਆਂ। ਹੱਥ ਦੀ ਇਕੱਲੀ ਤਲੀ ਹੁੰਦੀ ਹੈ ਪਰ ਉਂਗਲਾਂ ਨਹੀਂ ਹੁੰਦੀਆਂ। ਹੁਣ ਉਂਗਲਾਂ ਨਾ ਹੋਣਗੀਆਂ ਤਾਂ ਵੇਖੋ ਚੀਜ਼ਾਂ ਦੀ ਗ੍ਰਿਪ ਕਰਨੀ ਕਿੰਨੀ ਔਖੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਬੰਦਾ ਉਂਗਲਾਂ ਹੋਣ ਦੇ ਬਾਵਜੂਦ ਵੀ ਗੁਰੂ ਘਰ ਦੀ ਸੇਵਾ ਨਹੀਂ ਕਰ ਪਾਉਂਦਾ, ਉਹਦੇ ਹੱਥ ਹੋਣ ਦੇ ਬਾਵਜੂਦ ਵੀ ਸਮਝ ਲਓ ਉਹ ਬੰਦਾ ਲੁੰਜਾ ਹੈ। ਹੁੰਦੀ ਕਰੀ ਲੁੰਜਾ ਦੁੱਖ ਰੋਈ, ਉਹ ਰੋਣੀ ਵਾਲਾ ਹੈ, ਬਸ ਹੋਰ ਕੁਝ ਵੀ ਨਹੀਂ ਹੈ। ਇਸ ਕਰਕੇ ਮੈਂ ਮਹਾਰਾਜ ਤੋਂ ਮਾफ़ੀ ਮੰਗ ਕੇ ਆਪ ਜੀ ਦੇ ਅੱਗੇ ਬੇਨਤੀ ਕਰਦਾ ਪਿਆ ਹਾਂ,
ਭਾਈ ਚਾਹੇ ਉਹ ਮੇਰੇ ਪਰਿਵਾਰ ਦੇ ਮੈਂਬਰ ਹੋਣ, ਚਾਹੇ ਤੁਹਾਡੇ ਪਰਿਵਾਰ ਦੇ ਮੈਂਬਰ ਹੋਣ, ਸੇਵਾ ਕਰਨ ਦੀ ਆਦਤ ਪਾਈਏ। ਔਰ ਇਹ ਵੇਖ ਵੇਖ ਕੇ ਚਾਅ ਚੜ੍ਹਦਾ ਹੈ। ਕੋਈ ਝਾੜੂ ਲਾ ਰਿਹਾ ਹੈ, ਉਹਦੇ ਵੱਲ ਵੇਖ ਕੇ ਜੀ ਕਰ ਪਿਆ ਵੀ ਚੱਲ ਮੈਂ ਵੀ ਝਾੜੂ ਲਾ ਦੇਵਾਂਗਾ। ਥੱਲੇ ਸਬਜ਼ੀ ਕੱਟੀ ਜਾ ਰਹੀ ਹੋਵੇ ਨਾ, ਤੇ ਸੰਗਤ ਦੇ ਵਿੱਚੋਂ ਪਿੱਛੋਂ ਨਹੀਂ ਕੋਈ ਸੋਚ ਕੇ ਆਇਆ ਹੁੰਦਾ ਵੀ ਮੈਂ ਸਬਜ਼ੀ ਕਟਾ ਕੇ ਜਾਣੀ ਹੈ, ਵੇਖ ਕੇ ਚਾਅ ਚੜ੍ਹ ਗਿਆ ਵੀ ਚਲੋ ਇਹ ਕਰਦੇ ਪਏ ਨੇ, 2-4 ਮਿੰਟ ਮੈਂ ਵੀ ਲਾ ਜਾਵਾਂ। ਇਹ ਵੇਖ ਕੇ ਚਾਅ ਚੜ੍ਹਦਾ ਹੈ। ਇਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਹੋਣਾ ਚਾਹੀਦਾ ਹੈ ਸੰਗਤ ਨੂੰ ਸੇਵਾ ਸਿਖਾਉਣ ਦਾ, ਵੀ ਹੱਥਾਂ ਦੇ ਨਾਲ ਸੇਵਾ ਕਿੱਦਾਂ ਕਰਨੀ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ, ਬੜੇ ਜਾਣੇ ਨੇ ਸਮਾਗਮਾਂ ਦੇ ਵਿੱਚ, ਵੇਖੋ ਆਪਣਾ ਸਮਾਗਮ ਇੱਥੇ 9:30 ਖਤਮ ਹੋ ਗਿਆ, 10 ਵੀ ਵੱਜ ਗਏ ਕਿਤੇ ਕਿਤੇ ਸਮਾਪਤੀ ਕਰਦਿਆਂ। ਅਤੇ ਇਹੋ ਜਿਹੇ ਵੀ ਰੱਬ ਦੇ ਪਿਆਰੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ 11 ਸਾਢੇ 11 ਜਿਹੜੇ ਵੱਜ ਜਾਂਦੇ ਨੇ ਬਾਅਦ ਦੇ ਵਿੱਚ ਇੱਥੇ ਸਫਾਈ ਕਰਦਿਆਂ। ਚਾਹੇ ਉਹ ਥਾਲੀਆਂ ਦੀ ਥੱਲੇ ਸਫਾਈ ਹੈ, ਚਾਹੇ ਇੱਥੇ ਦਰਬਾਰ ਦੀ ਸਫਾਈ ਹੈ, ਕਿਸੇ ਵੀ ਰੂਪ ਦੀ ਸਫਾਈ ਹੈ। ਬੜੇ ਨੇ ਰੱਬ ਦੀ ਕਿਰਪਾ ਦੇ ਨਾਲ, ਤੁਹਾਡੇ ਵਿੱਚ ਵੀ ਬੈਠੇ ਹੋਏ ਨੇ। ਪਰ ਇਹਨੂੰ ਸਮਝੀਏ, ਜਦੋਂ ਤੱਕ ਅਸੀਂ ਇਹਨਾਂ ਹੱਥਾਂ ਦੇ ਨਾਲ ਸੇਵਾ ਨਹੀਂ ਕਰਦੇ ਪਏ, ਉਦੋਂ ਤੱਕ ਸਮਝ ਲਓ ਇਹ ਫਿਰ ਜਿਹੜੀ ਸਾਡੀ ਮੈਮਰੀ ਆ ਨਾ, ਇਹ ਫੁੱਲ ਹੁੰਦੀ ਰਹੇਗੀ। ਅਤੇ ਜਦੋਂ ਜ਼ਿਆਦਾ ਕਿਤੇ ਮੈਮਰੀ ਫੁੱਲ ਹੋ ਜਾਵੇ, ਉਹ ਫੋਨ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਨਾ, ਉੱਦਾਂ ਫਿਰ ਦਿਮਾਗ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਜੇ ਸੇਵਾ ਤੋਂ ਬਿਨਾਂ ਹੋਵੇ। ਇਹ ਸਮਝ ਲਓ ਵੀ ਇਹ ਜਿਹੜਾ ਇਹ ਪਾਸਾ ਨਾ ਨਾਲੋਂ ਨਾਲ ਇਹਨੂੰ ਕੱਢਣਾ ਪੈਂਦਾ ਹੈ ਹੱਥਾਂ ਦੀ ਸੇਵਾ ਕਰਕੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਹੱਥਾਂ ਦੀ ਸੇਵਾ ਅਤੇ ਪੈਰਾਂ ਦੀ ਸੇਵਾ, ਹੱਥਾਂ ਦੀ ਸਫਲਤਾ ਅਤੇ ਪੈਰਾਂ ਦੀ ਸਫਲਤਾ, ਇਹਨਾਂ ਦੋਵਾਂ ਲਈ ਇੱਕ ਚੀਜ਼ ਬੋਲੀ ਹੈ, ਉਹ ਹੈ ਗੁਰੂ ਘਰ ਦੇ ਵਿੱਚ ਆਉਣਾ ਅਤੇ ਸੇਵਾ ਕਰਨੀ। ਥੋੜ੍ਹੀ ਕਰੋ, ਜ਼ਿਆਦਾ ਕਰੋ, ਪਰ ਜੇ ਹੱਥ ਨੇ ਸੇਵਾ ਨਹੀਂ ਕੀਤੀ ਤਾਂ ਗੁਰਮਤਿ ਦੇ ਵਿੱਚ ਉਹ ਹੱਥ ਪ੍ਰਵਾਨ ਨਹੀਂ ਹੈ। ਜਿੰਨਾ ਮਰਜ਼ੀ ਆਪਣੇ ਆਪ ਨੂੰ ਤਗੜਾ ਸਮਝਦਾ ਫਿਰੇ ਅਤੇ ਵੱਡਾ ਸਮਝਦਾ ਫਿਰੇ, ਜੇ ਇਹਨਾਂ ਹੱਥਾਂ ਦੇ ਵਿੱਚ ਕਦੀ ਸੇਵਾ ਦਾ ਟੇਸਟ ਨਹੀਂ ਆਇਆ, ਉਹ ਗੁਰਮਤਿ ਦੇ ਵਿੱਚ ਹੱਥ ਕਿਸੇ ਕੰਮ ਦੇ ਨਹੀਂ ਨੇ। ਮੈਂ ਮਹਾਰਾਜ ਤੋਂ ਮਾਫੀ ਮੰਗ ਕੇ ਕਹਿ ਦੇਵਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੇ। ਭਾਈ ਗੁਰਮੁਖਾਂ ਦੇ ਹੱਥ ਸਫਲ ਨੇ, ਪਰ ਕਦੋਂ ਸਫਲ ਨੇ? ਜੇ ਸੰਗਤ ਦੇ ਵਿੱਚ ਆ ਕੇ ਤੇ ਗੁਰੂ ਦੀ ਦੱਸੀ ਹੋਈ ਕਾਰ ਨੂੰ, ਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਰਦੇ ਨੇ। ਜਿਸ ਪਾਸੇ ਵੀ ਸੰਗਤ ਲਾ ਦੇਵੇ ਭਾਈ, ਉਸ ਪਾਸੇ ਜਾ ਕੇ ਤੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰੇ। ਫਿਰ ਨਾਲ ਕੀ ਹੈ? ਪਾਣੀ ਪੱਖਾ ਪੀਹਣਾ, ਪੈਰ ਧੋਏ ਚਰਣਾ ਮਤ ਪਾਵੇ। ਅੱਜ ਕੱਲ੍ਹ ਤੇ ਬੜਾ ਸੌਖਾ ਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਾਣੀ ਅਵੇਲੇਬਲ ਹੋ ਗਿਆ ਹੈ। ਪਹਿਲਾਂ ਖੂਹਾਂ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ। ਅਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਮੰਨ ਲਓ ਕਿਸੇ ਥਾਂ ਦੇ ਉੱਤੇ 100 ਜਿਹੜੀ ਹੈ, 100 ਦੀ ਗਿਣਤੀ ਤੇ ਹੋਣੀ ਹੈ ਸੰਗਤ ਦੀ। ਹੁਣ 100 ਬੰਦਾ ਜਿਹੜਾ ਹੈ, ਜੇ ਅਗਲੇ ਦਿਨ ਉਸ ਨੇ 3 ਵੇਲੇ ਵੀ ਪ੍ਰਸ਼ਾਦਾ ਛਕਣਾ ਹੈ, ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ, ਇਸ਼ਨਾਨ ਪਾਣੀ ਵਾਲਾ ਪਾਸਾ ਛੱਡ ਦਿਓ ਜੇ ਉਹਨੇ 3 ਵੇਲੇ ਵੀ ਛਕਣਾ ਹੈ, ਅਤੇ ਜਿਹੜਾ 100 ਜਾਣੇ ਦਾ ਇੱਕ ਵੇਲੇ ਪ੍ਰਸ਼ਾਦਾ ਤਿਆਰ ਹੁੰਦਾ, ਉਹਦੇ ਲਈ ਕਿੰਨਾ ਜਲ ਚਾਹੀਦਾ ਹੈ। ਜਦੋਂ ਆਟਾ ਗੁੰਨਣਾ ਹੈ, ਉਹਦੇ ਲਈ ਕਿੰਨਾ ਜਲ ਚਾਹੀਦਾ ਹੈ। ਫਿਰ ਜਦੋਂ ਸੰਗਤ ਨੇ ਪ੍ਰਸ਼ਾਦਾ ਛਕਣਾ ਹੈ, ਉਹਦੇ ਨਾਲ ਜਲ ਛਕਣਾ ਹੈ, ਕਿੰਨਾ ਜਲ ਚਾਹੀਦਾ ਹੈ। ਅਤੇ ਸਭ ਤੋਂ ਜ਼ਿਆਦਾ ਵੇਸਟ ਵੀ ਵੇਖੋ ਪਾਣੀ ਹੁੰਦਾ। ਇਸ ਕਰਕੇ ਪਾਣੀ ਦੀ ਸੇਵਾ ਬੜੀ ਇੰਪੋਰਟੈਂਟ ਮੰਨੀ ਗਈ ਹੈ ਗੁਰੂ ਘਰ ਦੇ ਵਿੱਚ। ਬਹੁਤਿਆਂ ਗੁਰਦੁਆਰਿਆਂ ਵਿੱਚੋਂ ਨਾ ਮਨਫੀ ਕਰ ਦਿੱਤੀ ਗਈ ਹੈ ਪਾਣੀ ਦੀ ਸੇਵਾ। ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਪਾਣੀ ਪੱਖਾ ਪੀਹਣਾ, ਇਲੈਕਟ੍ਰੀਸਿਟੀ ਨਹੀਂ ਸੀ, ਸੰਗਤ ਦੀ ਪੱਖੇ ਦੇ ਨਾਲ ਸੇਵਾ ਕੀਤੀ ਜਾਂਦੀ ਸੀ। ਹੁਣ ਉਹਦੇ ਅਲਟਰਨੇਟਿਵ ਆ ਗਏ ਨੇ। ਗੱਲ ਕੀ ਆ ਵੀ ਸੰਗਤ ਦੀ ਸੇਵਾ ਕਰਨੀ, ਪਾਣੀ ਪੱਖਾ ਪੀਹਣਾ। ਪਹਿਲਾਂ ਆਟਾ ਵੀ ਜਿਹੜਾ ਪੀਸਿਆ ਜਾਂਦਾ ਸੀ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਕਿਤੇ ਚੱਕੀ ਗੇੜੀ ਹੋਵੇਗੀ, ਭਾਵੇਂ ਸ਼ੌਂਕ ਦੀ ਖਾਤਰ ਹੀ ਗੇੜੀ ਹੋਵੇਗੀ, ਪਤਾ ਹੋਵੇਗਾ ਵੀ ਉਹਦਾ ਜਦੋਂ ਵੀਲ ਘੁਮਾਉਣਾ ਪੈਂਦਾ ਤਾਂ ਕਿੰਨਾ ਜ਼ੋਰ ਲੱਗਦਾ, ਉਹ ਕਿੰਨਾ ਔਖਾ ਕੰਮ ਹੈ। ਅਤੇ ਸੋਚੋ ਵੀ ਜਿੱਥੇ 100 200 ਜਾਣੇ ਦੀ ਸੰਗਤ ਆਉਂਦੀ ਹੈ, ਉੱਥੇ ਚੱਕੀਆਂ ਨਿੱਤ ਚੱਲਦੀਆਂ ਸੀ। ਅਤੇ ਜਿਹੜੇ ਬੰਦੇ ਚੱਕੀ ਦੇ ਬੈਠ ਕੇ ਗੇੜਦੇ ਸੀ, ਉਹ ਕਿੰਨੇ ਕਰਨੀ ਵਾਲੇ ਅਤੇ ਕਿੰਨੀ ਤਾਕਤ ਵਾਲੇ ਹੋਣਗੇ। ਮਾੜਾ ਮੋਟਾ ਬੰਦਾ ਥੋੜ੍ਹਾ ਗੇੜ ਸਕਦਾ। ਸਾਡੇ ਵਿੱਚੋਂ ਕਿਸੇ ਨੂੰ ਲਵਾ ਦਿਓ ਗੇੜਨ, ਅਤੇ 5 ਮਿੰਟ ਗੇੜ ਤੇ ਲਵੇਗਾ, ਅਤੇ ਬਾਅਦ 'ਚ ਭਾਵੇਂ ਸਾਰੀ ਰਾਤ ਬਾਂਹ ਹੀ ਪੀੜ ਹੁੰਦੀ ਰਹੇ। ਇਸ ਕਰਕੇ ਇਹਨਾਂ ਨੂੰ ਸਮਝਣ ਦੀ ਲੋੜ ਹੈ। ਉਹ ਇੰਨਾ ਕੰਮ ਕਰ ਲੈਂਦੇ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪਾਣੀ ਪੱਖਾ ਪੀਹਣਾ, ਭਾਈ ਪੀਸਣ ਦੀ ਸੇਵਾ ਕਰੇ, ਪੈਰ ਧੋਏ ਚਰਣਾ ਮਤ ਪਾਵੇ। ਸੰਗਤ ਦੀ ਜਲ ਦੇ ਨਾਲ ਸੇਵਾ ਕਰਦਾ ਹੋਵੇ। ਤੁਸੀਂ ਅਜੇ ਵੀ ਪ੍ਰੈਕਟੀਕਲ ਵੇਖਣਾ ਹੋਵੇ ਨਾ, ਮੈਂ ਨਹੀਂ ਕਹਿੰਦਾ ਤੁਸੀਂ ਵੇਖਿਆ ਨਹੀਂ ਹੈ, ਪਰ ਦਰਬਾਰ ਸਾਹਿਬ ਵੇਖੋ, ਜਦੋਂ ਪ੍ਰਸ਼ਾਦਾ ਜਿੱਥੇ ਤਿਆਰ ਹੋ ਰਿਹਾ ਹੁੰਦਾ, ਵੇਖੋ ਕੋਈ ਅਦਰਕ ਕੱਟਦਾ ਪਿਆ, ਪਿਆਜ਼ ਕੱਟਦਾ ਪਿਆ, ਸਬਜ਼ੀਆਂ ਕੱਟਦਾ ਪਿਆ, ਬਰਤਨ ਸਾਫ਼ ਕਰਦਾ ਪਿਆ। ਕਿੰਨੇ ਵੱਡੇ ਲੈਵਲ 'ਤੇ ਸੇਵਾ ਹੋ ਰਹੀ ਹੈ, ਸਿਰਫ ਇਸ ਕਰਕੇ ਵੀ ਇਹ ਜਿਹੜੇ ਹੱਥ ਨੇ ਨਾ, ਇਹ ਸਫਲ ਹੋ ਜਾਂਦੇ ਨੇ ਜੇਕਰ ਇਹ ਹੱਥੀਂ ਸੇਵਾ ਕਰਦੇ ਨੇ। ਬਾਕੀ ਸਾਰਾ ਕੁਝ ਸੈਕੰਡਰੀ ਹੈ, ਪ੍ਰਾਇਮਰੀ ਹੈ ਹੱਥੀਂ ਸੇਵਾ ਕਰਨੀ। ਅਸੀਂ ਕਿੰਨੀ ਕੁ ਕਰਦੇ ਪਏ ਹਾਂ ਇਹ ਸੇਵਾ। ਫਿਰ ਕਹਿੰਦੇ ਨੇ ਗੁਰਬਾਣੀ ਲਿਖ ਪੋਥੀਆਂ, ਤਾਲ ਮਿਰਦੰਗ ਰਬਾਬ ਵਜਾਵੇ। ਇਹਨਾਂ ਹੱਥਾਂ ਦੇ ਨਾਲ ਪੋਥੀਆਂ ਲਿਖੇ। ਸਾਡੀ ਕੈਲੀਗ੍ਰਾਫੀ ਇਸ ਪਾਸੇ ਦੀ ਗੱਲ ਆ ਗਈ। ਸਾਡੇ ਹੱਥਾਂ ਦੇ ਵਿੱਚ ਇਹ ਤਾਕਤ ਹੋਣੀ ਚਾਹੀਦੀ ਹੈ ਪੋਥੀਆਂ ਲਿਖਣ ਦੀ। ਵੇਖੋ ਇਹ ਬਾਹਰ ਹੁਕਮਨਾਮਾ ਲਿਖਿਆ ਜਾਂਦਾ ਹੈ, ਇਹ ਵੀ ਸੇਵਾ ਕਰਦੇ ਨੇ।
ਜਿਹੜੇ ਆ ਕੇ ਨਮਸਕਾਰ ਹੈ। ਸਤਿਗੁਰੂ ਕਹਿੰਦੇ ਹਰਿ ਜਸ ਲਿਖੈ ਬੇਅੰਤ ਸੋ ਹੈ ਸੇ ਹੱਥਾ। ਉਹ ਹੱਥ ਸੋਹਣੇ ਨੇ ਜਿਹੜੇ ਹਰੀ ਦੇ ਜਸ ਨੂੰ ਲਿਖਦੇ ਨੇ। ਅਸੀਂ ਬਹਾਨੇ ਬਣਾ ਦਿੰਦੇ ਹਾਂ ਜੀ, ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ। ਬੱਚਿਆਂ ਨੂੰ ਤੁਸੀਂ ਟਾਰਗੇਟ ਦਿਓ ਨਾ ਵੀ ਤੂੰ ਜਪਜੀ ਸਾਹਿਬ ਲਿਖ, ਆਪਣੀ ਇੱਕ ਕਾਪੀ ਲੈ ਲਾ, ਇੱਕ ਚੰਗੇ ਪੇਜ ਲੈ ਲਾ, ਤੂੰ ਜਪਜੀ ਸਾਹਿਬ ਲਿਖ, ਨਾਲੇ ਤੈਨੂੰ ਗੁਰਬਾਣੀ ਲਿਖਣੀ ਆ ਜਾਵੇਗੀ, ਨਾਲੇ ਉਹਦੀ ਪੰਜਾਬੀ ਲਿਖਣ ਦੀ ਪ੍ਰੈਕਟਿਸ ਹੋ ਜਾਵੇਗੀ। ਅਤੇ ਉਹੀ ਬੱਚਾ ਜੇ ਕਿਤੇ ਅੱਜ ਤੋਂ 20-25 ਸਾਲਾਂ ਬਾਅਦ ਦੁਬਾਰਾ ਉਸ ਨੋਟਬੁੱਕ ਨੂੰ ਵੇਖੇਗਾ ਨਾ, ਅਤੇ ਸਾਨੂੰ ਵੀ ਪਤਾ ਵੀ ਜਿਹੜੀਆਂ ਅਸੀਂ ਬਚਪਨ ਦੇ ਵਿੱਚ ਨੋਟਬੁੱਕਸ ਵਰਤੀਆਂ ਨੇ, ਭਾਵੇਂ ਕਿਸੇ ਕੰਮ ਦੀਆਂ ਨਾ ਹੋਣ, ਸਾਨੂੰ ਵੇਖ ਕੇ ਚਾਅ ਚੜ੍ਹਦਾ ਵੀ ਆਹੋ ਆ ਮੈਂ ਕੰਮ ਕਰਦਾ ਰਿਹਾ। ਅਤੇ ਜਿਹੜੇ ਬੱਚੇ ਨੇ ਬਚਪਨ 'ਚ ਗੁਰਬਾਣੀ ਲਿਖੀ ਹੋਵੇਗੀ, ਜਦੋਂ ਵੱਡਾ ਹੋ ਕੇ ਵੇਖੇਗਾ ਨਾ, ਵਾਪਸ ਇਸ ਪਾਸੇ ਵੱਲ ਜਾਵੇਗਾ ਵੀ ਹਾਂ ਮੈਂ ਇਹ ਕੰਮ ਕਰਦਾ ਰਿਹਾ ਹਾਂ। ਇਸ ਕਰਕੇ ਲਿਖਵਾ ਕੇ ਤੇ ਸੰਭਾਲਣੀਆਂ ਚਾਹੀਦੀਆਂ ਨੇ ਸਾਨੂੰ। ਹੁਣ ਵੀ ਘਰਾਂ ਦੇ ਵਿੱਚ ਇਹ ਕੈਲੀਗ੍ਰਾਫੀ ਵਾਲਾ ਜਿਹੜਾ ਕੰਮ ਹੈ ਨਾ, ਉਹ ਹੋਣਾ ਚਾਹੀਦਾ ਹੈ। ਕਿਸੇ ਵੀ ਬੰਦੇ ਨੇ ਜ਼ਿੰਦਗੀ ਦੇ ਵਿੱਚ ਮਹਾਰਾਜ ਸਮਾਂ ਦੇਵੇ, ਮੈਂ ਜ਼ਰੂਰ ਇਹ ਕੰਮ ਕਰਾਂਗਾ, ਪਰ ਮੈਂ ਮਹਾਰਾਜ ਦੇ ਕੋਲੋਂ ਆਪ ਦੇ ਅੱਗੇ ਵੀ ਬੇਨਤੀ ਕਰਦਾ ਹਾਂ, ਸਮਾਂ ਬਣਾਓ, ਇੱਕ ਅੱਧਾ ਸ਼ਬਦ, 2 ਸ਼ਬਦ ਇਹੋ ਜਿਹੇ ਜ਼ਰੂਰ ਲਿਖੋ ਵੀ ਤੁਹਾਡੇ ਕੋਲ ਡਾਇਰੀ ਹੋਵੇ, ਉਸ ਡਾਇਰੀ ਦੇ ਉੱਤੇ ਤੁਹਾਡੀ ਆਪਣੀ ਲਿਖਤ ਹੋਵੇ। ਗੁਰਬਾਣੀ ਲਿਖ ਪੋਥੀਆਂ, ਠੀਕ ਹੈ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਬਹੁਤ ਕੁਝ ਮਿਲ ਜਾਂਦਾ ਹੈ, ਪਰ ਜੋ ਆਪਣਾ ਲਿਖਤ ਹੁੰਦੀ ਹੈ ਨਾ, ਉਹ ਆਪਣੀ ਹੀ ਹੁੰਦੀ ਹੈ। ਆਪਣੇ ਲਿਖੇ ਦਾ ਕੁਝ ਸਕੂਨ ਹੋਰ ਹੁੰਦਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਕੀ ਕਰਦੇ ਨੇ, ਗੁਰਬਾਣੀ ਲਿਖ ਪੋਥੀਆਂ, ਇਹਨਾਂ ਹੱਥਾਂ ਦੇ ਨਾਲ ਪੋਥੀਆਂ ਲਿਖਦੇ ਨੇ ਗੁਰਬਾਣੀ ਦੀਆਂ। ਤਾਲ ਮਿਰਦੰਗ ਰਬਾਬ ਵਜਾਵੇ, ਭਾਈ ਇਹਨਾਂ ਹੱਥਾਂ ਦੇ ਨਾਲ ਤਾਲ ਦੇ ਜਿਹੜੇ ਸਾਜ਼ ਨੇ, ਮਿਰਦੰਗ ਜਿਹੜਾ ਹੈ, ਤਬਲਾ ਜਿਹੜਾ ਹੈ, ਰਬਾਬ ਮਿਊਜ਼ਿਕ ਦਾ ਬੀਟ ਦੇ ਨਾਲ ਸੰਬੰਧ ਰੱਖਦਾ ਹੈ। ਇਹਨਾਂ ਹੱਥਾਂ ਦੇ ਨਾਲ ਗੁਰਮਤਿ ਦੇ ਸਾਜ਼ ਵਜਾਉਣ ਦੀ ਉਹਨੂੰ ਜਾਚ ਹੋਵੇ। ਇਸੇ ਕਰਕੇ ਗੁਰਦੁਆਰਾ ਸਾਹਿਬ 'ਚ ਕਲਾਸਾਂ ਲਗਾਈਆਂ ਜਾਂਦੀਆਂ ਨੇ, ਬੱਚਿਆਂ ਨੂੰ ਕੀਰਤਨ ਆਵੇ। ਕੱਲ੍ਹ ਵੀ ਤੁਹਾਡੇ ਸਾਹਮਣੇ ਸੰਗਤ ਨੇ ਕਰਨਾ ਹੈ। ਅਸੀਂ ਕਿਸੇ ਲਈ ਨਹੀਂ ਕਰਦੇ ਹੁੰਦੇ, ਆਪਣੇ ਲਈ ਕਰਨਾ ਹੁੰਦਾ ਹੈ। ਇਸ ਕਰਕੇ ਥੋੜ੍ਹਾ ਬਹੁਤਾ ਕੀਰਤਨ ਸਾਨੂੰ ਆਉਣਾ ਚਾਹੀਦਾ ਹੈ, ਇਹ ਜ਼ਰੂਰੀ ਹੈ ਸਾਡੇ ਲਈ। ਨਮਸਕਾਰ ਡੰਡੌਤ ਕਰ, ਗੁਰ ਭਾਈ ਗਲ ਮਿਲ ਗਲ ਲਾਵੇ। ਇਹਨਾਂ ਹੱਥਾਂ ਦੇ ਨਾਲ ਉਹ ਗੁਰਸਿੱਖਾਂ ਨੂੰ ਨਮਸਕਾਰ ਕਰਨ ਵਾਲਾ ਹੋਵੇ। ਇਹਨਾਂ ਹੱਥਾਂ ਦੇ ਨਾਲ ਜੇ ਕਿਤੇ ਉਹਨੂੰ ਕਿਸੇ ਗੁਰਸਿੱਖ ਦੇ ਚਰਨੀ ਹੱਥ ਲਾਉਣੇ ਪੈਂਦੇ ਨੇ ਨਾ, ਤੇ ਇਹ ਨਾ ਸੋਚੇ ਵੀ ਮੈਂ ਨੀਵਾਂ ਕਿਉਂ ਹੋਵਾਂ। ਗੁਰਸਿੱਖਾਂ ਦੇ ਕਦਮਾਂ ਨੂੰ ਚੁੰਮਣ ਵਾਲੇ ਹੋਣ, ਕਦਮਾਂ ਨੂੰ ਛੂਹਣ ਵਾਲੇ ਹੋਣ ਇਹ ਹੱਥ। ਗੁਰ ਭਾਈ ਗਲ ਮਿਲ ਗਲ ਲਾਵੇ। ਜਦੋਂ ਅਸੀਂ ਕਿਸੇ ਨੂੰ ਗਲੇ ਮਿਲਦੇ ਹਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਸੰਗਤ ਦੇ ਵਿੱਚ ਆਉਣ ਵਾਲੇ ਗੁਰ ਭਾਈਆਂ ਨੂੰ ਗਲ ਮਿਲਣ ਦਾ ਉਹਦੇ ਵਿੱਚ ਉਤਸ਼ਾਹ ਹੋਵੇ। ਫਿਰ ਨਾਲ ਇਹ ਤਾਂ ਗੁਰਦੁਆਰੇ ਦਾ ਜੀਵਨ ਹੈ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਹੱਥਾਂ ਦੇ ਨਾਲ ਗੁਰਦੁਆਰੇ ਤੋਂ ਬਾਹਰ ਦੀ ਜਿਹੜੀ ਕਿਰਤ ਹੈ ਨਾ, ਉਹ ਵੀ ਧਰਮ ਦੀ ਹੋਣੀ ਚਾਹੀਦੀ ਹੈ। ਵਿਰਤ ਦਾ ਮਤਲਬ ਹੁੰਦਾ ਹੈ ਵ੍ਰਿਤੀ, ਉਪਜੀਵਕਾ। ਇੱਥੇ ਅਸੀਂ ਸੇਵਾ ਕਰਦੇ ਪਏ ਹਾਂ, ਪਰ ਜੋ ਅਸੀਂ ਬਾਹਰੋਂ ਕਮਾ ਰਹੇ ਹਾਂ ਉਹ ਸਾਡੀ ਧਰਮ ਦੀ ਕਿਰਤ ਹੈ। ਇਸ ਕਰਕੇ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ। ਮੈਂ ਇਹ ਵੀ ਆਪ ਜੀ ਦੇ ਅੱਗੇ ਗੱਲ ਰੱਖ ਦੇਵਾਂ, ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਉਹ ਗਾਥਾ ਤੁਸੀਂ ਜਾਣਦੇ ਹੋ। ਜਦੋਂ ਮਹਾਰਾਜ ਨੇ ਭਾਈ ਲਾਲੋ ਤੇ ਮਲਕ ਭਾਗੋ ਦੀ ਰੋਟੀ ਜਦੋਂ ਦੱਸਿਆ ਵੀ ਇਹ ਭਾਈ ਤੇਰੀ ਰੋਟੀ ਦੇ ਵਿੱਚ ਖੂਨ ਹੈ, ਅਸੀਂ ਕਿੰਨੀ ਵਾਰ ਇਸ ਗੱਲ ਨੂੰ ਸੁਣਿਆ ਹੈ ਸਮੇਤ ਮੇਰੇ। ਪਰ ਮੈਂ ਇਹੀ ਬੇਨਤੀ ਕਰਾਂਗਾ ਵੀ ਜਿੱਦਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੇਵਾ ਤੋਂ ਬਿਨਾਂ ਜਿਹੜੇ ਹੱਥ ਨੇ, ਉਹਨਾਂ ਦੇ ਹੱਥ ਦਾ ਪਾਣੀ ਪ੍ਰਵਾਨ ਨਹੀਂ ਕਰਦੇ। ਅਤੇ ਜੇ ਮੇਰੇ ਘਰ ਦੇ ਵਿੱਚ ਮਲਕ ਭਾਗੋ ਵਾਲੀ ਰੋਟੀ ਪੱਕਦੀ ਪਈ ਹੈ ਅਤੇ ਗੁਰੂ ਨਾਨਕ ਮੇਰੇ ਘਰ 'ਚ ਰੋਟੀ ਖਾ ਲੈਣਗੇ? ਕਦੀ ਵੀ ਨਹੀਂ ਖਾਣਗੇ। ਮਹਾਰਾਜ ਤੇ ਭਾਈ ਲਾਲੋ ਦੇ ਘਰ ਦੇ ਵਿੱਚ ਰੋਟੀ ਖਾ ਲੈਣਗੇ ਵੀ ਮੈਨੂੰ ਮਿੱਸੀ ਰੋਟੀ ਜਿਹੜੀ ਹੈ ਨਾ ਉਹ ਚੰਗੀ ਹੈ, ਪਰ ਜੇ ਤੂੰ ਕਹਿੰਦਾ ਵੀ ਚੰਗੇ ਪਕਵਾਨ ਪਕਾ ਲਾ ਪਰ ਤੇਰੀ ਮਿਹਨਤ ਦੇ ਕਮਾਈ ਨਹੀਂ ਹੈ, ਫਿਰ ਮੈਂ ਨਹੀਂ ਖਾਵਾਂਗਾ। ਹਾਂ, ਮਿਹਨਤ ਦੇ ਕਮਾਏ ਨੇ ਤੇ ਫਿਰ ਮੌਜ ਹੈ, ਉਹ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਵੀ ਸਾਨੂੰ ਰੋਕ ਥੋੜ੍ਹਾ ਹੈ। ਮਾਲਕ ਨੇ ਦਿੱਤਾ ਹੈ ਤੇ ਜਿੱਦਾਂ ਮਰਜ਼ੀ ਖਾਈਏ, ਪਰ ਜੇ ਨਹੀਂ ਦਿੱਤਾ ਤਾਂ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਸਗੋਂ ਹੱਥੋਂ ਦਾਨ ਕਰਨ ਵਾਲਾ ਹੋਵੇ, ਹੱਥੋਂ ਕਿਸੇ ਦਾ ਭਲਾ ਕਰਨ ਵਾਲਾ ਹੋਵੇ। ਇਹਨਾਂ ਹੱਥਾਂ ਦੇ ਵਿੱਚ ਕਿਸੇ ਨੂੰ ਦੇਣ ਦੀ ਤਾਕਤ ਹੋਵੇ, ਇਹਨਾਂ ਮਾਲਕ ਮਿਹਨਤੀ ਬਣਾਵੇ। ਪਾਰਸ ਪਰਸ ਅਪਰਸ ਹੋਏ, ਪਰ ਧਨ ਹੱਥ ਨਾ ਲਾਵੇ। ਭਾਈ ਗੁਰੂ ਪਾਰਸ ਨੂੰ ਪਰਸ ਕੇ ਇੰਨਾ ਉੱਚਾ ਹੋ ਜਾਵੇ, ਗੁਰੂ ਦੇ ਕੋਲ ਆ ਕੇ ਇੰਨਾ ਮਾਨਸਿਕ ਤੌਰ ਦੇ ਉੱਤੇ ਉੱਚਾ ਹੋ ਜਾਵੇ, ਪਰ ਧਨ ਹੱਥ ਨਾ ਲਾਵੇ। ਮਾੜੀ ਨੀਅਤ ਦੇ ਨਾਲ ਕਿਸੇ ਪਰਾਏ ਸਰੀਰ ਨੂੰ, ਚਾਹੇ ਇਸਤਰੀ ਦਾ ਹੈ ਚਾਹੇ ਪੁਰਸ਼ ਦਾ ਹੈ ਤੇ ਚਾਹੇ ਕਿਸੇ ਦਾ ਪੈਸਾ ਹੈ, ਉਹਨੂੰ ਹੱਥ ਵੀ ਨਾ ਲਾਵੇ। ਇੱਦਾਂ ਦੀ ਨੀਤ ਰੱਜੀ ਹੋਣੀ ਚਾਹੀਦੀ ਹੈ। ਬੜਿਆਂ ਘਰਾਂ ਦੇ ਵਿੱਚ ਇਹ ਹੈ, ਉਹਨਾਂ ਘਰਾਂ ਦੇ ਵਿੱਚ ਚੀਜ਼ਾਂ ਪਈਆਂ ਰਹਿੰਦੀਆਂ ਨੇ, ਸਾਹਮਣੇ ਪਈਆਂ ਰਹਿੰਦੀਆਂ ਨੇ, ਬੱਚੇ ਹੱਥ ਵੀ ਨਹੀਂ ਲਾਉਂਦੇ। ਭਾਵੇਂ 3 ਬੱਚੇ ਹੋਣ ਤੇ ਭਾਵੇਂ 2 ਬੱਚੇ ਹੋਣ, ਮਜ਼ਾਲ ਹੈ ਵੀ ਕਿਤੇ ਬੱਚੇ ਹੱਥ ਲਾ ਜਾਣ ਚੀਜ਼ ਨੂੰ, ਸਾਹਮਣੇ ਪਈ ਹੈ। ਤੇ ਇਹੋ ਜਿਹੇ ਘਰ ਵੀ ਤੇ ਹੈ ਨੇ, ਆਪਣੇ ਬੱਚੇ ਚੀਜ਼ਾਂ ਕੱਢ ਕੇ ਵੇਚ ਜਾਂਦੇ ਨੇ ਤੇ ਬਾਅਦ 'ਚ ਰੌਲਾ ਪੈ ਜਾਂਦਾ ਜੀ ਫਲਾਣਾ ਚੁੱਕ ਕੇ ਲੈ ਗਿਆ, ਦੂਜਾ ਚੁੱਕ ਕੇ ਲੈ ਗਿਆ।
ਇੰਨੀ ਨੀਅਤ ਰੱਜੀ ਹੋਣੀ ਚਾਹੀਦੀ ਹੈ ਵੀ ਭਾਈ ਮੇਰੇ ਘਰ ਦੇ ਵਿੱਚ ਕਿ ਕਿਸੇ ਦੀ ਵੀ ਚੀਜ਼ ਪਈ ਹੋਵੇ ਤੇ ਮੈਂ 10 ਦਿਨਾਂ ਬਾਅਦ ਵੀ ਮੋੜ ਦੇਵਾਂਗਾ, ਜਦੋਂ ਵੀ ਲੈਣ ਆਵੇ ਇਹ ਚੀਜ਼ ਉਹਦੀ ਹੈ। ਇੰਨੇ ਹੱਥ ਰੱਜੇ ਹੋਣੇ ਚਾਹੀਦੇ ਨੇ। ਪਰ ਧਨ ਹੱਥ ਨਾ ਲਾਵੇ। ਹੱਥ ਹੀ ਨਹੀਂ ਲਾਉਣ ਦਾ ਮਤਲਬ ਕਿਸੇ ਦੂਜੇ ਦੀ ਚੀਜ਼ ਨੂੰ। ਗੁਰਸਿੱਖ ਪੂਜ ਕੇ ਭਾਏ ਭਗਤ, ਭੈ ਭਾਣਾ ਭਾਵੈ। ਕਹਿੰਦੇ ਇਹਨਾਂ ਹੱਥਾਂ ਦੇ ਨਾਲ ਨਾ ਗੁਰਸਿੱਖਾਂ ਦੀ ਸੇਵਾ ਕਰੇ, ਜਿੰਨੀ ਹੋਵੇ ਉਨੀ ਥੋੜ੍ਹੀ ਹੈ। ਇਹ ਹੱਥਾਂ ਨੂੰ ਨਾ ਸਹੀ ਕਰਨ ਦਾ ਤਰੀਕਾ ਹੈ ਜਿਹੜੀ ਅਸੀਂ ਪਿੱਛੇ ਵਿਚਾਰੀ ਹੈ। ਭਾਏ ਭਗਤ ਭੈ ਭਾਣਾ ਭਾਵੈ, ਪਿਆਰ ਦੀ ਭਗਤੀ ਕਰੇ, ਰੱਬ ਦੇ ਭਾਣੇ ਨੂੰ ਮੰਨੇ, ਆਪ ਗਵਾਏ ਨਾ ਆਪ ਗਣਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਗਵਾ ਲਵੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਕੇ, ਤੇ ਗਣਾਉਂਦਾ ਨਾ ਫਿਰੇ ਵੀ ਮੈਂ ਇੰਨੇ ਦਿਨ ਭਾਂਡੇ ਧੋਤੇ ਨੇ, ਮੈਂ ਇੰਨੇ ਦਿਨ ਪੋਚਾ ਮਾਰਿਆ, ਮੈਂ ਇੰਨੇ ਦਿਨ ਪੋਥੀਆਂ ਲਿਖੀਆਂ ਨੇ। ਆਪ ਗਵਾਏ, ਆਪਣੇ ਆਪ ਨੂੰ ਗਵਾ ਲਵੇ, ਨਾ ਆਪ ਗਣਾਵੇ, ਨਾ ਆਪਣੇ ਆਪ ਨੂੰ ਗਿਣਾਵੇ ਵੀ ਮੈਂ ਉਹ ਹਾਂ ਤੇ ਮੈਂ ਆ ਹਾਂ। ਫਿਰ ਇੱਦਾਂ ਹੀ ਪੈਰਾਂ ਦੀ ਗੱਲ ਹੈ, ਅਸੀਂ ਵਿਚਾਰ ਲਈਏ। ਗੁਰਮੁਖ ਪੈਰ ਸਕਾਰਥੇ, ਗੁਰਮੁਖ ਮਾਰਗ ਚਾਲ ਚਲੰਦੇ। ਪੈਰ ਤੇ ਬੜਿਆਂ ਦੇ ਨੇ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖਾਂ ਦੇ ਪੈਰ ਤਾਂ ਸਫਲ ਨੇ ਜੇ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਨੇ। ਹੋਰ ਪਾਸੇ ਨਹੀਂ ਤੁਰੇ ਫਿਰਦੇ ਵੀ ਕਦੀ ਕਿੱਦਾਂ ਮੜੀਆਂ ਮਸਾਣਾਂ ਦੇ ਵੱਲ ਨੂੰ ਤੁਰ ਪਏ। ਅਸੀਂ ਪੜ੍ਹਾਂਗੇ ਅੱਗੇ। ਗੁਰੂ ਦੁਆਰੇ ਜਾਨ ਚੱਲ, ਸਾਧ ਸੰਗਤ ਚੱਲ ਜਾਏ ਬਹੰਦੇ। ਮਹਾਰਾਜ ਨੇ ਕਿਰਪਾ ਕੀਤੀ ਹੈ ਨਾ, ਇਹਨਾਂ ਪੈਰਾਂ ਦੇ ਉੱਤੇ ਚੱਲ ਕੇ ਤੇ ਵੇਖੋ ਸੰਗਤ ਦੇ ਵਿੱਚ ਆ ਗਏ ਆ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਚੱਲ ਕੇ ਆਉਂਦੇ ਨੇ ਇਹ ਕਦਮ, ਤੇ ਸੰਗਤ ਦੇ ਵਿੱਚ ਆ ਕੇ ਬੈਠ ਜਾਂਦੇ ਨੇ। ਇਸ ਕਰਕੇ ਇਹ ਪੈਰ ਸਫਲ ਨੇ। ਨਮਸਕਾਰ ਹੈ ਇਹਨਾਂ ਪੈਰਾਂ ਦੇ ਉੱਤੇ। ਧਾਵਨ ਪਰ ਉਪਕਾਰ ਨੂੰ, ਗੁਰਸਿੱਖਾਂ ਨੂੰ ਖੋਜ ਲਹੰਦੇ। ਇਹ ਪੈਰ ਇਸ ਕਰਕੇ ਸਫਲ ਨੇ ਉਹਨਾਂ ਦੇ, ਕਿਉਂਕਿ ਇਹ ਜਦੋਂ ਕਿਸੇ ਦਾ ਫਾਇਦਾ ਕਰਨਾ ਹੈ ਨਾ, ਪਰਉਪਕਾਰ ਕਰਨਾ ਹੈ, ਤੇ ਆਲਸੀ ਨਹੀਂ ਹੋ ਜਾਂਦੇ ਵੀ ਮੈਂ ਕਿਉਂ ਕਿਸੇ ਦਾ ਭਲਾ ਕਰਾਂ। ਇਹ ਇੱਦਾਂ ਪਰਉਪਕਾਰੀ ਹੋਣੇ ਚਾਹੀਦੇ ਨੇ ਜਿੱਦਾਂ ਅਸੀਂ, ਪਰਉਪਕਾਰ ਦਾ ਮਤਲਬ ਕੀ ਹੈ, ਜਿਹਦੇ ਵਿੱਚ ਆਪਣਾ ਕੋਈ ਮਤਲਬ ਨਹੀਂ ਹੈ। ਜਿੱਦਾਂ ਆਪਣੇ ਕੰਮ ਲਈ ਦੌੜਦੇ ਫਿਰਦੇ ਹਾਂ, ਇੱਦਾਂ ਕਿਸੇ ਦਾ ਫਾਇਦਾ ਕਰਨਾ ਹੋਵੇ ਤੇ ਸੁਸਤੀ ਨਾ ਹੋਵੇ ਪੈਰਾਂ ਦੇ ਵਿੱਚ, ਆਲਸੀ ਨਾ ਹੋਏ। ਭਾਈ ਗੁਰਦਾਸ ਸਾਹਿਬ ਕਹਿੰਦੇ ਧਾਵਨ ਪਰ ਉਪਕਾਰ ਨੂੰ, ਉਹ ਪੈਰ ਚੰਗੇ ਜਿਹੜੇ ਕਿਸੇ ਦਾ ਫਾਇਦਾ ਕਰਨ ਦੇ ਲਈ ਹੋਰ ਤੇਜ਼ ਹੋ ਜਾਂਦੇ ਨੇ। ਗੁਰਸਿੱਖਾਂ ਨੂੰ ਖੋਜ ਲਹੰਦੇ, ਤੇ ਲੱਭਦੇ ਨੇ ਵੀ ਕਿੱਥੇ ਜਾ ਕੇ ਗੁਰਸਿੱਖਾਂ ਨੂੰ ਅਸੀਂ ਮਿਲੀਏ, ਕਿੱਥੇ ਰੱਬ ਦੇ ਪਿਆਰਿਆਂ ਨੂੰ ਅਸੀਂ ਮਿਲੀਏ ਜਾ ਕੇ। ਦੁਬਿਧਾ ਪੰਥ ਨਾ ਧਾਵਨੀ, ਮਾਇਆ ਵਿੱਚ ਉਦਾਸ ਰਹੰਦੇ। ਫਿਰ ਕਹਿੰਦੇ ਵੇਖੋ ਇਹ ਜਿਹੜੇ ਕਦਮ ਨੇ ਨਾ, ਇਹ ਦੁਬਿਧਾ ਦੇ ਵਿੱਚ ਨਹੀਂ ਤੁਰਦੇ ਉਹਨਾਂ ਦੇ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਇਹ ਨਹੀਂ ਵੀ ਮਨ ਦੇ ਵਿੱਚ ਖਿਆਲ ਆ ਗਿਆ ਵੀ ਉਹਨੂੰ ਵੀ ਮੰਨ ਲੈਣਾ ਤੇ ਉਹ ਵੀ ਨਾ ਨਾਰਾਜ਼ ਹੋਵੇ, ਚਲੋ ਉਧਰ ਨੂੰ ਚੱਲੀਏ, ਵੀ ਸੋਮਵਾਰ ਬਾਬਾ ਹੋਰ, ਮੰਗਲਵਾਰ ਬਾਬਾ ਹੋਰ ਤੇ ਵੀਰਵਾਰ ਬਾਬਾ ਹੋਰ। ਨਹੀਂ, ਦੁਬਿਧਾ ਹੈ ਹੀ ਨਹੀਂ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂ, ਆਂਖ ਤਰੇ ਨਹੀਂ ਆਉਂਦੇ। ਮੰਨਣ ਦੀ ਤੇ ਗੱਲ ਬੜੀ ਦੂਰ ਦੀ ਹੈ, ਮੈਂ ਤੇ ਅੱਖਾਂ ਹੇਠਾਂ ਵੀ ਲੈ ਕੇ ਨਹੀਂ ਆਉਂਦਾ, ਕਿਸੇ ਪਾਸੇ ਪੈਰ ਨਹੀਂ ਜਾਣਗੇ। ਦੁਬਿਧਾ ਪੰਥ ਨਾ ਧਾਵਨੀ, ਦੁਬਿਧਾ ਦੇ ਰਸਤੇ ਦੇ ਉੱਤੇ ਨਹੀਂ ਤੁਰਦੇ। ਮਾਇਆ ਵਿੱਚ ਉਦਾਸ ਰਹੰਦੇ। ਭਾਈ ਮਾਇਆ ਤੋਂ ਆਪਣੇ ਆਪ ਨੂੰ ਉਪਰਾਮ ਰੱਖਦੇ ਨੇ। ਜਿੱਥੇ ਬੜੇ ਲੋਕ ਡਿੱਗ ਪੈਂਦੇ ਨੇ ਨਾ ਜਾ ਕੇ, ਉਧਰਲੇ ਪਾਸੇ ਸਾਡੇ ਕਦਮ, ਗੁਰਸਿੱਖਾਂ ਦੇ ਕਦਮ ਨਹੀਂ ਜਾਂਦੇ ਤੇ ਨਾ ਹੀ ਜਾਣੇ ਚਾਹੀਦੇ ਨੇ। ਬੰਦ ਖਲਾਸੀ ਬੰਦਗੀ, ਵਿਰਲੇ ਕਈ ਹੁਕਮੀ ਬੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭਾਈ ਅਸਲ ਦੇ ਵਿੱਚ ਸਾਡੀ ਜਿਹੜੀ ਖਲਾਸੀ ਹੈ ਨਾ, ਵੀ ਪੈਰ ਸਹੀ ਪਾਸੇ ਜਾਣ, ਇਹ ਉਹੀ ਸਮਾਂ ਹੈ, ਚੱਲਦਾ ਪਿਆ ਹੈ, ਤੁਹਾਡੇ ਸਾਹਮਣੇ ਹੀ ਹੈ। ਤੁਹਾਡੇ ਵਿੱਚੋਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਕਿਉਂਕਿ ਰੂਟੀਨ ਬਣੀ ਹੈ। ਤੁਸੀਂ ਗੁਰਦੁਆਰੇ ਵੱਲ ਆਓਗੇ, ਆਫਿਸ ਦੇ ਵਿੱਚੋਂ ਆਉਂਦੇ ਵੀ ਸੰਗਤ ਕਈ ਆਉਂਦੀ ਹੈ, ਤੇ ਇਹੀ ਸਮਾਂ ਹੈ ਜਦੋਂ ਵੇਖੋ ਹੁਣ ਕਿੱਧਰ ਨੂੰ ਤੁਰ ਪੈਣੇ ਨੇ ਲੋਕ, ਕਿੱਧਰ ਨੂੰ ਜਾ ਕੇ ਜਾਣਾ ਤੇ ਇਹਨਾਂ ਪੈਰਾਂ ਦੇ ਸਿਰ ਦੇ ਉੱਤੇ ਹੀ ਹੈ ਨਾ। ਇਸ ਕਰਕੇ ਬੰਦ ਖਲਾਸੀ ਬੰਦਗੀ, ਵਿਰਲੇ ਕਈ ਹੁਕਮੀ ਬੰਦੇ। ਕੋਈ ਵਿਰਲੇ ਹੀ ਇਹੋ ਜਿਹੇ ਹੁਕਮ ਵਾਲੇ ਬੰਦੇ ਨੇ, ਹੁਕਮ ਦੇ ਵਿੱਚ ਚੱਲਣ ਵਾਲੇ ਬੰਦੇ ਨੇ ਭਾਈ, ਜਿਨ੍ਹਾਂ ਦੇ ਕੋਲ ਬੈਠਿਆਂ ਸਾਡੀ ਖਲਾਸੀ ਹੋ ਜਾਂਦੀ ਹੈ, ਜਿਨ੍ਹਾਂ ਦੇ ਕੋਲ ਬੈਠ ਕੇ ਸਾਡੇ ਪੈਰ ਸਿੱਧੇ ਪਾਸੇ ਚੱਲਣ ਲੱਗ ਪੈਂਦੇ ਨੇ। ਗੁਰ ਸਿੱਖਾਂ ਪ੍ਰਦਖਣਾ, ਪੈਰੀਂ ਪੈ ਰਹਰਾਸ ਕਰਨ ਦੇ। ਇਹ ਪੈਰ ਤਾਂ ਸਫਲ ਨੇ ਜੇ ਇਹ ਗੁਰਸਿੱਖਾਂ ਦੀ ਪਰਿਕਰਮਾ ਕਰਦੇ ਨੇ। ਪਰਿਕਰਮਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੱਜੇ ਹੱਥ ਰੱਖ ਕੇ ਅਸੀਂ ਪਰਿਕਰਮਾ ਕੀਤੀ, ਇੱਦਾਂ ਗੁਰਸਿੱਖਾਂ ਦੀ ਪ੍ਰਦਖਣਾ ਕਰਨੀ ਹੈ। ਕਿੱਦਾਂ ਮਤਲਬ ਹੈ ਇਹਦਾ, ਵੀ ਲੰਗਰ ਵਰਤਾਉਂਦੇ ਹਾਂ, ਕਦੀ ਇੱਕ ਪਾਸੇ ਤੋਂ ਆ ਰਹੇ ਹਾਂ, ਕਦੀ ਦੂਜੇ ਪਾਸੇ ਤੋਂ ਆ ਰਹੇ ਹਾਂ, ਗੁਰਦੁਆਰੇ ਦੀ ਸੇਵਾ ਕਰਦੇ ਹਾਂ। ਇਹ ਕੀ ਹੈ? ਇਹ ਗੁਰਸਿੱਖਾਂ ਦੀ ਪਰਿਕਰਮਾ ਹੀ ਤੇ ਹੈ, ਜਿਹੜਾ ਤੁਹਾਡੀ ਪਰਿਕਰਮਾ ਕਰਦਾ ਪਿਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖਾਂ ਪ੍ਰਦਖਣਾ, ਪੈਰੀਂ ਪੈ ਰਹਰਾਸ ਕਰਨ ਦੇ। ਭਾਈ ਨਿਮਰਤਾ ਦੇ ਨਾਲ ਉਹਨਾਂ ਗੁਰਸਿੱਖਾਂ ਦੇ ਚਰਨ ਛੂਹਦੇ ਨੇ, ਆਪਣੇ ਚਰਨ ਇਸ ਪਾਸੇ ਲਾਉਂਦੇ ਨੇ ਵੀ ਸੇਵਾ ਕਰੀਏ, ਪਰ ਜਿਹੜੇ ਦੂਜੇ ਗੁਰਸਿੱਖਾਂ ਦੇ ਚਰਨ ਨੇ ਉਹਨਾਂ ਦੇ ਉੱਤੇ ਨਮਸਕਾਰ ਕਰਦੇ ਨੇ, ਵਾਰੇ ਜਾਂਦੇ ਨੇ ਉਹਨਾਂ ਦੇ ਚਰਨਾਂ ਤੋਂ। ਗੁਰ ਚੇਲੇ ਪਰਚੈ ਪਰਚੰਦੇ, ਗੁਰੂ ਤੇ ਜਿਹੜੇ ਨੇ ਉਹ ਚੇਲੇ ਵਾਲਾ ਸੰਬੰਧ ਬਣਾ ਕੇ,
ਗੁਰੂ ਦੇ ਕੋਲ ਚੇਲਾ ਬਣ ਕੇ ਬੈਠਦੇ ਨੇ, ਪਰ ਬੈਠਦੇ ਇੱਦਾਂ ਨੇ ਵੀ ਭਾਈ ਬਾਕੀ ਸੰਗਤ ਦੀ ਸੇਵਾ ਕਰਨੀ ਹੈ, ਇਸੇ ਚੀਜ਼ ਦੇ ਵਿੱਚ ਪਰਚਦੇ ਨੇ, ਇਸੇ ਚੀਜ਼ ਦੇ ਵਿੱਚ ਸੇਵਾ ਕਰਦੇ ਨੇ। ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ, ਸਾਡੇ ਹੱਥ ਤੇ ਸਾਡੇ ਪੈਰ ਇਸ ਸੇਵਾ ਦੇ ਵਿੱਚ ਲੱਗਣੇ ਚਾਹੀਦੇ ਨੇ। ਇਹ ਸੇਵਾ ਦੇ ਵਿੱਚ ਨਹੀਂ ਲੱਗਦੇ ਤੇ ਜਿੰਨਾ ਮਰਜ਼ੀ ਕੁਝ ਆਉਂਦਾ ਹੈ ਸਾਨੂੰ ਹੰਕਾਰੀ ਬਣਾ ਦੇਵੇਗਾ, ਇਹ ਸਾਨੂੰ ਗਾਲ ਦੇਵੇਗਾ। ਸਮਾਂ ਮਿਲੇਗਾ ਅਸੀਂ ਇਹਨਾਂ ਹੀ ਚੀਜ਼ਾਂ ਨੂੰ ਅੱਗੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅਗਲੇ ਪਾਸੇ ਜਿਹੜੇ ਪੌੜੀਆਂ ਦੇ ਨੇ ਉਹ ਵੀ ਲਗਭਗ ਇਸ ਪਾਸੇ ਦੇ ਹੀ ਨੇ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।